ਇਹ ਸ਼ਬਦ ਅਸੀਂ ਸਰਵਣ ਕੀਤਾ ਸੀ। ਸੋ ਜਿਹੜਾ ਅਗਲਾ ਸ਼ਬਦ ਹੈ ਜਿਹਦੇ ਵਿੱਚ ਸਤਿਗੁਰੂ ਸਾਡੇ ਤੇ ਤਰਸ ਕਰਦੇ ਆ, ਕਿਰਪਾ ਕਰਦੇ। ਮਾਝ ਮਹੱਲਾ ਤੀਜਾ। ਗੋਬਿੰਦ ਊਜਲ ਊਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਮਨ ਊਜਲ ਸਦਾ ਮੁਖ ਸੋਹੈ, ਅਤ ਊਜਲ ਨਾਮ ਧਿਆਵਣਿਆ। ਹਉ ਵਾਰੀ ਜਿਉ ਵਾਰੀ, ਗੋਬਿੰਦ ਗੁਣ ਗਾਵਣਿਆ। ਗੋਬਿੰਦ ਗੋਬਿੰਦ ਕਹੈ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਨਾਵਣਿਆ। ਇਹ ਸ਼ਬਦਾਂ ਦਾ ਸ਼ੁਰੂਆਤ ਕੀਤਾ ਹੈ क्योंकि ये शब्द सारे अष्टपदी ਦੇ ਆ। सो ਆਪਾਂ कोशिश करते हैं कि एक एक पंक्ति की विचार के नाल ਆਪਾਂ जुड़िए, समझिए सतगुरां दी पावन बाणी ਨੂੰ। ਅੱਜ ਦਾ ਜਿਹੜਾ शब्द शुरुआत ਕੀਤਾ, ਇਹਦਾ ਜਿਹੜਾ भाव है, जो शब्द का केंद्री भाव है, ਉਹਦੇ ਵਿੱਚ ਫਿਰ ਸਤਿਗੁਰੂ ਕਿਰਪਾ ਕਰਦੇ ਹਨ। ਮੈਂ ਉਹਦੇ ਤੋਂ ਸਦਕੇ ਜਾਂਦਾ ਹਾਂ। ਹਉ ਵਾਰੀ ਜਿਉ ਵਾਰੀ, ਬਲਹਾਰੀ ਜਾਂਦਾ ਹਾਂ। ਜਿਹੜੇ ਗੋਬਿੰਦ ਪਰਮਾਤਮਾ, ਜਿਹੜਾ ਪਰਮੇਸ਼ਰ ਵਾ ਗੋਬਿੰਦ, ਜਿਹੜਾ ਧਰਤੀ ਦਾ ਬਿੰਦ, ਧਰਤੀ ਦੀ ਪ੍ਰਤਿਪਾਲਨਾ ਕਰਨ ਵਾਲਾ, ਜਿਹੜਾ ਉਹਦੇ ਗੁਣ ਗਾਉਂਦਾ ਰਹਿੰਦਾ ਹੈ। ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਜਿਹੜਾ ਦਿਨ ਰਾਤ उस गोबिंद नूं हर वेले चेते विच रखता है। गोबिंद गुण शब्द सुनावणिया, वो हर वेले गोबिंद के गुण गाता है ते उस दे गुणां नूं ही अपने जीवन का आधार बना लेंदा है। सुनाउंदा आप सुनता है, दूसरे नूं भी गोबिंद के गुण सुनाउण दी कोशिश करता है। सो उन्होंने तो सतगुरु कहते असीं बलिहारे ते कुर्बान जाते हैं, सदके जाते हैं। सो आ पहली पंक्ति में जिहड़ा पहला पदा वा, उहदे विच सतगुरु कहते गोबिंद ऊजल ऊजल हंसा। गोबिंद धरती का दिन, धरती की प्रतिपालना करने वाला, धरती का मालक परमात्मा। उजल का मतलब उज्जल, पवित्र, उजला, जिहड़ा बिल्कुल पवित्र है, जिन्हों किसी किस्म की मैल नहीं लगी हुई, वो परमात्मा पवित्र है। जिहड़ा भी मनुख उस परमात्मा के नाल जुड़ूगा, उजल हंसा, उहदा जीवन भी उजला हो जाऊगा, मतलब पवित्र हो जाएगा। जे परमात्मा पवित्र है, वो जिहड़ा कल का शब्द आपां सरवण कीता सी, निर्मल शब्द ते निर्मल है बाणी। निर्मल जोत सब माहे समाणी, निर्मल बाणी हर सलाही, जब हर निर्मल मैल गवावणिया। ते इस शब्द में हुण सतगुरु कहते जिहड़ा गोबिंद परमात्मा वा, वो ते भाई पवित्र है, उजल है। जिहड़ा भी मनुख उस उजल वाहिगुरू परमात्मा पवित्र दे नाल जुड़दा, उहदा भी जीवन पवित्र हो जाता है। उहदे विच भी रब वर्गे, परमात्मा वर्गे गुण पैदा हो जाते हैं। ते मानो परमात्मा एक बहुत बड़ा सागर है, ते जिहड़ा उहदा जन वा, जिहड़ा उहदा सिख वा, जिहड़ा उहदा सेवक है, वो हमेशा उस सरोवर उत्ते बैठा रहता है। उस सरोवर नूं छड्ड के कदी किते नहीं जाता। ते उहदा जीवन जिहड़ा वा, वो सतगुरु कहते मन बाणी निर्मल मेरी मनसा। उहदा मन
ਪਵਿੱਤਰ ਹੋ ਜਾਂਦਾ ਹੈ। ਬਾਣੀ ਉਹਦੇ ਜਿਹੜੇ ਬੋਲ ਹੈ ਉਹ ਵੀ ਪਵਿੱਤਰ ਹੋ ਜਾਂਦੇ ਹੈ। ਤੇ ਨਿਰਮਲ ਮੇਰੀ ਮਨਸਾ, ਮਨਸਾ ਮਤਲਬ ਜਿਹੜੀ ਅੰਦਰ ਦੇ ਫੁਰਨੇ, ਉਹ ਵੀ ਪਵਿੱਤਰ ਹੋ ਜਾਂਦੇ ਹੈ। ਮਤਲਬ ਮਨ ਵੀ ਪਵਿੱਤਰ ਹੋ ਗਿਆ, ਉਹਦੇ ਜਿਹੜੇ ਬੋਲ ਹੈ, ਜੋ ਬੋਲਦਾ ਵਾ ਉਹ ਵੀ ਬਹੁਤ ਸੋਹਣੇ, ਉਹ ਵੀ ਪਵਿੱਤਰ ਹੋ ਗਏ। ਤੇ ਨਿਰਮਲ ਮੇਰੀ ਮਨਸਾ, ਅੰਦਰ ਦੇ ਉੱਠਣ ਵਾਲੇ ਫੁਰਨੇ ਵੀ ਸਾਰੇ ਪਵਿੱਤਰ ਹੋ ਗਏ। ਮਨ ਓਜਲ ਸਦਾ ਮੁਖ ਸੋਹੈ, ਜਿਹਦਾ ਮਨ ਪਵਿੱਤਰ ਹੋ ਗਿਆ ਉਹ ਸਦਾ ਮੁਖ ਸੋਹੈ, ਉਹਦਾ ਮੁਖ ਸਤਿਗੁਰ ਕਹਿੰਦੇ ਸੋਹਣਾ ਬਣ ਜਾਂਦਾ ਵਾ। ਉਹ ਦੁਨੀਆਦਾਰੀ ਦੇ ਵਿੱਚ ਰਹਿੰਦਿਆਂ ਹੋਇਆਂ ਸਾਰਿਆਂ ਨੂੰ ਸੋਹਣਾ ਲੱਗਣ ਲੱਗ ਪੈਂਦਾ। ਅਤ ਉਜਲ ਨਾਮ ਧਿਆ ਬਣਿਆ, ਕਿਉਂਕਿ ਜਿਹੜਾ ਅਤੀ ਉੱਤਮ ਪਰਮਾਤਮਾ ਪਵਿੱਤਰ ਹੈ ਉਹ ਸਦਾ ਹੀ ਉਹਨੂੰ ਧਿਆਉਂਦਾ ਰਹਿੰਦਾ ਹੈ। ਮਤਲਬ ਸਦਾ ਹੀ ਉਹਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਅਤ ਉੱਤਮ ਜਿਹੜਾ ਪਰਮਾਤਮਾ ਨਾਮ ਧਿਆ, ਤਾਂ ਹੀ ਸਾਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਏਦਾਂ ਕਿਰਪਾ ਕਰਦੇ ਹਨ। ਹਰ ਉੱਤਮ ਹਰਿਆ ਨਾਮ ਹੈ, ਪਰਮਾਤਮਾ ਦਾ ਨਾਮ ਉੱਤਮ ਹੈ, ਹਰਿਆ ਨਾਮ ਹੈ। ਸਾਡੇ ਜੀਵਨ ਨੂੰ ਵੀ ਕਹਿੰਦੇ ਹਰਾ ਭਰਾ ਕਰਨ ਵਾਲਾ। ਜਿੱਦਾਂ ਹੁਣ ਗੁਰਬਾਣੀ ਵਿੱਚ ਇੱਕ ਸ਼ਬਦ ਹੁੰਦਾ, ਮਨ ਸੁੱਕਾ ਹਰਿਆ ਹੋਆ ਮੇਰੀ ਜਿੰਦੜੀਏ, ਹਰ ਹਰ ਨਾਮ ਧਿਆਇਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਜਿੱਦਾਂ ਸੁੱਕੀ ਹੋਈ ਲੱਕੜ ਕਹਿੰਦੇ ਹਰੀ ਹੋ ਜਾਂਦੀ ਨਾ, ਵੈਸੇ ਇੱਥੇ ਲਫ਼ਜ਼ ਨਹੀਂ ਹੈਗਾ ਕਿ ਸੁੱਕੀ ਲੱਕੜ ਹਰੀ ਹੋ ਗਈ, ਪਰ ਇੱਥੇ ਇੱਕ ਉਦਾਹਰਨ ਇਹ ਆ ਕਿ ਸਾਡਾ ਸੁੱਕਾ ਸੜਿਆ ਮਨ ਹਰਿਆ ਹੋ ਸਕਦਾ। ਜਿਹੜੇ ਮਨ ਵਿੱਚ ਕਠੋਰਤਾ ਹੋਊਗੀ, ਨਿਰਦਇਆਤਾ ਹੋਊਗੀ, ਕਸਾਈਪਣਾ ਹੋਊਗਾ, ਵਿਕਾਰ ਹੋਣਗੇ, ਜਦੋਂ ਉਹਨੂੰ ਗੁਰੂ ਦਾ ਗਿਆਨ ਆ ਗਿਆ ਉਸੇ ਮਨ ਦੇ ਵਿੱਚ ਦਇਆ ਪੈਦਾ ਹੋ ਜਾਂਦੀ ਹੈ, ਉਸੇ ਮਨ ਵਿੱਚ ਪਿਆਰ ਪੈਦਾ ਹੋ ਜਾਂਦਾ ਹੈ। ਉਹ ਮਨ ਕਠੋਰਤਾ ਛੱਡ ਦਿੰਦਾ ਹੈ, ਮੋਮ ਵਰਗਾ ਹੋ ਜਾਂਦਾ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਗੁਰ ਪਾਰਸ, ਹਮ ਲੋਗ ਗੁਰੂ ਪਾਰਸ ਹੈ, ਅਸੀਂ ਲੋਹੇ ਵਰਗੇ ਹਾਂ। ਮਿਲ ਕੰਚਨ ਹੋਇਆ ਰਾਮ, ਗੁਰੂ ਨਾਲ ਮਿਲ ਕੇ ਅਸੀਂ ਸੋਨੇ ਵਰਗੇ ਬਣ ਸਕਦੇ ਹਾਂ। ਗੁਰੂ ਬਣਾਉਂਦਾ ਵੀ ਸਾਨੂੰ ਸੋਨਾ ਹੈ। ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ। ਜਦੋਂ ਸਾਡੀ ਜੋਤ ਪਰਮਾਤਮਾ ਦੇ ਵਿੱਚ ਮਿਲ ਗਈ, ਕਾਇਆ ਗੜ ਸੋਇਆ ਰਾਮ, ਜਿਹੜਾ ਸਾਡਾ ਆ ਕਾਇਆ ਕਿਲਾ ਸਰੀਰ ਸੋਹਣਾ ਬਣ ਜਾਂਦਾ। ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ ਰਾਮ, ਕਹਿੰਦੇ ਆ ਜਿਹੜਾ ਸਰੀਰ ਨੂੰ ਵੀ ਸਾਡਾ ਕਿਲਾ ਬਣਾ ਕਾਇਆ, ਇਹ ਬੜਾ ਸੋਹਣਾ ਬਣ ਜਾਂਦਾ। ਇਹ ਲੋਕਾਂ ਦੇ ਕੰਮ ਆਉਣ ਲੱਗ ਪੈਂਦਾ, ਇਹ ਲੋਕਾਂ ਦੀ ਮਦਦ ਕਰਨ ਲੱਗ ਪੈਂਦਾ। ਇਹਦੇ ਅੰਦਰ ਭਾਵਨਾ ਆ ਜਾਂਦੀ ਹੈ, ਇਹਦੀਆਂ ਵਿਚਾਰਾਂ ਦੇ ਵਿੱਚ ਸੋਹਣਾਪਣ ਆ ਜਾਂਦਾ, ਇਹਦੇ ਖਿਆਲਾਂ ਦੇ ਵਿੱਚ ਸੋਹਣਾਪਣ ਆ ਜਾਂਦਾ। ਸੋਨੇ ਵਰਗਾ ਜੋ ਹੋਇਆ, ਗੁਰੂ ਨੇ ਕਿਰਪਾ ਕੀਤੀ। ਜੋਤੀ ਜੋਤ ਮਿਲਾਏ ਕਾਇਆ ਬਣ ਸੋਇਆ ਰਾਮ, ਕਾਇਆ ਬਣ ਸੋਇਆ ਮੇਰੇ ਪ੍ਰਭ ਮੋਇਆ, ਕਿਉਂ ਸਾਸ ਨਿਰਾਸ ਵਿਸਾਰੀਏ। ਅਦਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਔ ਸਤਿਗੁਰ ਕੇ ਬਲਿਹਾਰੀਏ। ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੀ ਪਾਵੇ, ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਤ ਸਮਾਵੇ। ਤੇ ਗੁਰੂ ਸਾਹਿਬ ਕਿਰਪਾ ਕਰਦੇ, ਅਤ ਉੱਤਮ ਹਰਿਆ ਨਾਮ ਹੈ। ਕਹਿੰਦੇ ਉਸ ਪਰਮਾਤਮਾ ਦਾ ਨਾਮ ਉੱਤਮ ਹੈ, ਸਾਨੂੰ ਹਰਾ ਭਰਾ ਜੀਵਨ ਦੇਣ ਵਾਲਾ। ਤੇ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਜਪਦਾ, ਹਰ ਪੁਰਖ ਨਿਰੰਜਨ ਮੌਲਾ, ਕਿਉਂਕਿ ਉਹ ਜਿਹੜਾ ਸਤਿਗੁਰੂ ਆ ਉਹ ਪੁਰਖ ਹੈ, ਸਾਰਿਆਂ 'ਚ ਲੇਟਿਆ, ਨਿਰੰਜਨ ਨਿਰਅੰਜਨ, ਵਿਕਾਰਾਂ ਤੋਂ ਰਹਿਤ, ਮੌਲਾ ਮਿਲਿਆ ਹੋਇਆ ਸਾਰਿਆਂ ਦੇ ਵਿੱਚ।
हर पुरख निरंजन मौला, जो जपदे हर हर दिन सरात। ਜਿਹੜੇ ਵੀ ਐਸੇ ਪਰਮਾਤਮਾ ਨੂੰ ਦਿਨ ਰਾਤ ਜਪਦੇ ਰਹਿੰਦੇ ਆ, ਚੇਤੇ ਵਿੱਚ ਰੱਖਦੇ ਆ, ਹਰ ਵੇਲੇ ਖਿਆਲ ਦੇ ਵਿੱਚ ਰੱਖਦੇ ਆ, ਜ਼ਾਤ ਦੇ ਵਿੱਚ ਉਹ ਵਸਿਆ ਰਹਿੰਦਾ, ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਸੇਵੇ ਚਰਨ ਨਿਤ ਕੌਲਾ। ਕਹਿੰਦੇ ਉਹਨਾਂ ਦੀ ਸੇਵਾ ਤੇ ਨਾ, ਕੌਲਾ ਦਾ ਮਤਲਬ ਹੁੰਦਾ ਲక్ష్ਮੀ, ਜਿਹਨੂੰ ਆਪਾਂ ਮਾਇਆ ਕਹਿੰਦੇ। ਕਹਿੰਦੇ ਉਹਨਾਂ ਦੀ ਸੇਵਾ ਵਿੱਚ ਤੇ ਲక్ష్ਮੀ ਵੀ ਲੱਗ ਜਾਂਦੀ ਆ, ਉਹਦੀ ਸੇਵਾ ਵਿੱਚ ਲੱਗ ਜਾਂਦੀ ਆ। ਇਹਦਾ ਭਾਵ ਇੱਦਾਂ ਵਾ ਕਿ ਮਾਇਆ ਦਾ ਮੋਹ ਉਹ ਬੰਦੇ ਤੇ ਪ੍ਰਭਾਵ ਨਹੀਂ ਪਾ ਸਕਦਾ। ਉਹ ਜਿਹੜਾ ਮੋਹ ਜਿਹੜਾ ਸਾਰਿਆਂ ਦੇ ਅੰਦਰ ਪ੍ਰਬਲ ਹੈ, ਜਿੰਨੇ ਸਾਰਿਆਂ ਉੱਤੇ ਪ੍ਰਭਾਵ ਪਾਇਆ ਹੋਇਆ, ਜਿਨ ਕੀਨੇ ਬਸ ਆਪਣੇ ਪ੍ਰੈਗੁਣ ਭਵਨ ਚਤਰ ਸੰਸਾਰਾ। ਕਹਿੰਦੇ ਜਿਸ ਨੇ ਨਾ ਸਾਰੇ ਸੰਸਾਰ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ, ਜਿਨ ਕੀਨੇ ਬਸ ਆਪਣੇ ਪ੍ਰੈਗੁਣ ਭਵਨ ਚਤਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰਾ। ਗੁਰੂ ਸਾਹਿਬ ਜੀ ਦਾ ਏਦਾਂ ਕਹਿੰਦੇ ਵੀ ਆਹ ਨਿੱਕਾ ਜਿਹਾ ਜੰਤ ਕੀ ਕਰ ਸਕਦਾ ਇਹਦੇ ਗੜ। ਆ ਜਿਹੜਾ ਮੋਹ ਪ੍ਰਭਾਵ ਆ ਮਾਇਆ ਦਾ, ਮੋਹ ਦਾ, ਸੰਸਾਰ ਦੇ ਮੋਹ ਦਾ, ਇੱਥੇ ਤੇ ਕਹਿੰਦੇ ਬੜੇ ਬੜੇ ਜੱਗ ਕਰਨ ਵਾਲੇ ਲੋਕ, ਜੱਗ ਇਸ਼ਨਾਨ, ਜਿਨ੍ਹਾਂ ਨੇ ਸਾਰੀ ਉਮਰ ਇਸ਼ਨਾਨ ਹੀ ਇੱਦਾਂ ਧਰਮ ਦੇ ਕੰਮ ਹੀ ਕਰਦੇ ਨੇ। ਜੱਗ ਇਸ਼ਨਾਨ ਤਾਪ ਥਾਨ ਕੰਢੇ, ਇਹਨੇ ਤੇ ਸਾਰੇ ਜਾ ਕੇ ਭੰਨ ਦਿੱਤੇ, ਤੋੜ ਦਿੱਤੇ, ਉਹਨਾਂ ਤੇ ਪ੍ਰਭਾਵ ਪਾਇਆ ਪੂਰਾ ਜਾ ਕੇ। ਜਗ ਇਸ਼ਨਾਨ ਤਾਪ ਥਾਨ ਕੰਢੇ, ਕਿਆ ਇਹ ਜੰਤ ਵਿਚਾਰਾ। ਇਹ ਵਿਚਾਰਾ ਜੰਤ ਉਹਦੇ ਗੜੀ ਕੀ ਹੈ, ਪ੍ਰਭ ਕੀ ਓਟ ਕਹੀ ਤੋ ਛੂਟੋ। ਪਰ ਕਹਿੰਦੇ ਜੇ ਰੱਬ ਦੀ ਪਰਮਾਤਮਾ ਦੀ ਓਟ ਲਈਏ ਤੇ ਫਿਰ ਛੁਟਕਾਰਾ ਵੀ ਹੋ ਜਾਂਦਾ। ਤੇ ਇਸ ਸ਼ਬਦ ਵਿੱਚ ਜੋ ਜਪਦੇ ਹਰ ਹਰ ਦਿਨ ਸਰਾਤ, ਜਿਹੜੇ ਦਿਨ ਰਾਤ ਉਸੇ ਪਰਮਾਤਮਾ ਨੂੰ ਹਰ ਵੇਲੇ ਚੇਤੇ ਵਿੱਚ ਰੱਖਦੇ ਆ ਨਾ, ਉਹਨਾਂ ਦੇ ਸਤਿਗੁਰ ਕਹਿੰਦੇ ਨਿਤ ਸੇਵੇ ਚਰਨ ਨਿਤ ਕੌਲਾ। ਉਹਨਾਂ ਤੇ ਕੌਲਾ, ਲక్ష్ਮੀ, ਮਾਇਆ, ਮੋਹ ਪ੍ਰਭਾਵ ਨਹੀਂ ਪਾ ਸਕਦਾ, ਉਹਦੀ ਸੇਵਾ ਵਿੱਚ ਲੱਗਦੀ। ਨਿਤ ਸਾਜ ਸੰਭਾਲੇ ਸਭ ਜੀ ਜੰਤ, ਉਹ ਪਰਮਾਤਮਾ ਸਾਰੇ ਜੀਵਾਂ ਜਨਤਾ ਦੀ ਸੰਭਾਲ ਕਰਦਾ ਹੈ। ਇੱਕ ਪੈਦਾ ਕਰਦਾ, ਦੂਜਾ ਨਾਲ ਸੰਭਾਲ ਕਰਦਾ। ਸਾਰਿਆਂ ਨੂੰ ਪੈਦਾ ਕਰਕੇ ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨ। ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਨਿਕਟ ਵਸੈ ਸਭ ਜੌਲਾ। ਕਹਿੰਦੇ ਸਾਰਿਆਂ ਦੇ ਨਿਕਟ ਵਸਦਾ, ਅੰਦਰ ਰਹਿੰਦਾ, ਤੇ ਜੌਲਾ ਮੈਨੇ ਵੱਖਰਾ ਵੀ। ਉਹ ਜਿਹੜਾ ਰੱਬੀ ਨਿਜ਼ਮ ਆ ਨਾ, ਉਹ ਸਾਡੇ ਅੰਦਰ ਵੀ ਕੰਮ ਕਰ ਰਿਹਾ ਵਾ ਤੇ ਸਾਰੀ ਦੁਨੀਆ ਵਿੱਚ ਵੀ ਕਰ ਰਿਹਾ, ਵੱਖਰਾ ਹੋ ਗਿਆ, ਕਿਉਂਕਿ ਹਰ ਇੱਕ ਵਿੱਚੋਂ ਲਾਗੂ ਆ ਨਾ। ਉਹ ਸਾਡੇ ਅੰਦਰ ਵੀ ਕੰਮ ਕਰੀ ਜਾ ਰਿਹਾ ਵਾ, ਸਾਰੀ ਦੁਨੀਆ ਜਿੱਥੇ ਵੀ ਜਰੇ ਜਰੇ ਦੇ ਵਿੱਚ ਉਹਦਾ ਨਿਜ਼ਮ ਜਿਹੜਾ, ਜਿਹਨੂੰ ਰੱਬ ਕਹਿੰਦੇ, ਲਾਗੂ ਆ ਸਾਰਿਆਂ ਦੇ ਵਿੱਚ। ਉਹ ਹਰ ਜਗ੍ਹਾ ਤੇ, ਸਾਡੇ ਅੰਦਰ ਵੀ ਬਾਹਰ ਵੀ। ਜਿਹਨੂੰ ਆਪਾਂ ਕਹਿੰਦੇ ਵੀ ਰੱਬ ਸਾਡੇ ਅੰਦਰ ਵੀ ਹੈ, ਨਿਰਲੇਪ ਸਾਡੇ ਤੋਂ ਵੱਖਰਾ ਵੀ, ਉਹ ਸਾਰੀ ਇੱਕ ਜਗ੍ਹਾ ਤੇ ਵਸਿਆ ਹੋਇਆ। ਉਹਨੂੰ ਸਮਝ ਦਾ ਕੋਈ ਦਿਲ ਲੱਗਦਾ। ਸੋ ਬੁਝੈ ਜਿਸ ਆਪ ਬੁਝਾਏ ਸੀ, ਇਹ ਸਮਝ, ਇਹ ਗਿਆਨ, ਇਹ ਸੋਝੀ ਉਹਨੂੰ ਆਉਂਦੀ ਆ ਜਿਹਨੂੰ ਗੁਰੂ ਏਦਾਂ ਸਮਝਦੇ ਰਹਿੰਦਾ, ਜਿਹਦੇ ਤੇ ਕਿਰਪਾ ਹੋ ਗਈ, ਜਿਹਨੂੰ ਗੁਰੂ ਦੇ ਗਿਆਨ ਆ ਗਿਆ ਜੀਵਨ 'ਚ, ਜਿਹਨੂੰ ਸਮਝ ਆ ਗਈ, ਜਿਹਨੂੰ ਗੁਰੂ ਨੇ ਸਮਝ ਦੇ ਦਿੱਤੀ। ਜਦੋਂ ਸਮਝ ਆ ਜਾਂਦੀ ਹੈ, ਜਿਸ ਸਤਿਗੁਰ ਪੁਰਖ ਪ੍ਰਭ ਸੌਲਾ, ਇਹ ਉਹਨਾਂ ਨੂੰ ਕਿਰਪਾ ਜਿਹਦੇ ਉੱਤੇ ਸਤਿਗੁਰ ਪੁਰਖ ਜਿਹੜਾ ਸਾਰਿਆਂ 'ਚ ਲੇਟਿਆ ਹੋਇਆ, ਸਤਿਗੁਰੂ ਸਾਰਿਆਂ 'ਚ ਰਹਿੰਦਾ। ਕਹਿੰਦੇ ਜਿਨ੍ਹਾਂ ਉੱਤੇ ਉਹ ਸੌਲਾ ਮਤਲਬ ਪ੍ਰਸੰਨ ਹੋ ਜਾਂਦਾ, ਸਬੱਲਾ, ਜਿਹਦੇ ਤੇ ਪ੍ਰਸੰਨ ਹੋ ਜਾਂਦਾ, ਜਿਹਦੇ ਤੇ ਕਿਰਪਾ ਕਰ ਲੈਂਦਾ, ਜਿਹਦੇ ਤੇ ਬਖਸ਼ਿਸ਼ ਕਰ ਦਿੰਦਾ। ਹੁਣ ਗੁਰੂ ਸਾਹਿਬ ਕਹਿੰਦੇ ਸਭ ਗਾਵੋ ਗੋਬਿੰਦ ਹਰੇ, ਗੋਬਿੰਦ ਹਰੇ, ਗੋਬਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ। ਕਹਿੰਦੇ ਭਾਈ ਆਓ
ਸਾਰੇ ਗੋਬਿੰਦ ਦੇ ਗੁਣ ਗਾਈਏ, ਸਾਰੇ ਗੋਬਿੰਦ ਦੇ ਗੁਣ ਗਾਈਏ। ਸਭ ਗਾਵੋ ਗੋਬਿੰਦ ਹਰੇ, ਗੋਬਿੰਦ ਹਰੇ, ਗੋਬਿੰਦ ਹਰੇ। ਤੇ ਗੁਣ ਗਾਵਤ ਗੁਣੀ ਸਮੌਲਾ, ਕਿਉਂਕਿ ਗੁਣ ਗਾਉਂਦਿਆਂ 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 ਇੱਕ ਦਿਨ ਕਹਿੰਦੇ ਗੋਬਿੰਦ ਵਿੱਚ ਸਮੌਲਾ ਸਮਾ ਜਾਂਦਾ ਬੰਦਾ। ਪਰ ਉਹ ਜਿਹੜੇ ਗੁਣ ਗਾਉਣੇ ਆ ਨਾ, ਉਹ ਹਿਰਦੇ ਵਿੱਚੋਂ ਗਾਉਣੇ ਪੈਂਦੇ ਆ, ਉਹ ਮਨ ਕਰਕੇ ਗਾਉਣੇ ਪੈਂਦੇ ਆ। ਉਹ ਕੋਈ ਕਰੋੜੀਆਂ ਨਹੀਂ ਕਿੱਦਾਂ ਕਰਦੀਆਂ। ਜਦੋਂ ਆਪਾਂ ਗੁਰਬਾਣੀ ਵਿੱਚ ਜਦੋਂ ਏਦਾਂ ਵੀ ਗੁਰੂ ਸਾਹਿਬ ਕਹਿੰਦੇ ਨਾ ਵੀ ਰਾਮ ਰਾਮ ਕਰਤਾ ਸਭ ਜਗ ਫਿਰ, ਏਦਾਂ ਨਹੀਂ। ਉੱਦਾਂ ਤੇ ਕਹਿੰਦੇ ਰਾਮ ਰਾਮ ਕਰਦਾ, ਵਾਹਿਗੁਰੂ ਵਾਹਿਗੁਰੂ ਤੇ ਸਾਰੇ ਹੁਣ ਕਰੀ ਜਾ ਰਹੇ, ਆਪਾਂ ਵੀ ਕਰਦੇ ਹਾਂ। ਤੁਰਿਆ ਜਾਂਦਾ ਵੀ ਬੰਦਾ ਵਾਹਿਗੁਰੂ ਵਾਹਿਗੁਰੂ ਕਰ ਜਾਂਦਾ ਨਾ। ਪਰ ਕਹਿੰਦੇ ਇਹ ਏਦਾਂ ਨਹੀਂ ਗਾ ਕਿ ਤੂੰ ਏਦਾਂ ਰਾਮ ਰਾਮ ਕਰਦਾ ਸਭ ਜਗ ਫਿਰ। ਕਹਿੰਦੇ ਰਾਮ ਰਾਮ ਕਰਦਾ, ਅੱਲਾ ਅੱਲਾ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ ਤੇ ਸਾਰਾ ਸੰਸਾਰ ਹੀ ਦਿਖ ਰਿਹਾ, ਪਰ ਰਾਮ ਨਾ ਪਾਇਆ ਜਾਏ। ਅਗਮ ਅਗੋਚਰ ਅਤ ਵੱਡਾ ਅਲੱਖ ਨਾ ਰੱਖਿਆ ਜਾਏ। ਉਹ ਗੱਲਾਂ ਜ਼ਬਾਨੀ ਕਵਾਨੀ ਕਹਿਣ ਨਾਲ ਨੀਗਾ, ਜੇ ਜ਼ਬਾਨ ਤੋਂ ਆਪਾਂ ਕਰ ਲਿਆ ਵਾਹਿਗੁਰੂ ਵਾਹਿਗੁਰੂ, ਏਦਾਂ ਨੀਗਾ। ਉਹ ਜ਼ਿੰਦਗੀ ਦੇ ਵਿੱਚ ਉਹਨੂੰ ਧਾਰਨ ਕਰਨਾ ਪੈਂਦਾ। ਉਹ ਗਿਆਨ ਜਿਹੜਾ ਸਾਨੂੰ ਗੁਰੂ ਸਾਹਿਬ ਦਿੰਦੇ ਆ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣਾ ਪੈਂਦਾ। ਜਦੋਂ ਵੀ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਗੁਰੂ ਦਾ ਗਿਆਨ, ਉਦੋਂ ਸਾਡਾ ਗਾਉਣਾ ਸਫਲ ਹੋ ਜਾਂਦਾ। ਤੇ ਇਸ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਕਿਰਪਾ ਕਰ ਰਹੇ ਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਸਤਿਗੁਰ ਕਹਿੰਦੇ ਆਓ ਭਾਈ ਗੋਬਿੰਦ ਉਜਲ। ਜਿਹੜਾ ਗੋਬਿੰਦ ਹੈ ਪਰਮਾਤਮਾ ਉਜਲ ਹੈ, ਪਵਿੱਤਰ ਹੈ, ਉਜਲ ਹੰਸਾ। ਜਿਹੜਾ ਉਹਦੇ ਨਾਲ ਜੁੜੂਗਾ ਉਹਦੇ ਵਿੱਚ ਗੋਬਿੰਦ ਵਰਗੇ ਗੁਣ ਆ ਜਾਣਗੇ, ਉਹਦੇ ਵਿੱਚ ਦੈਵੀ ਗੁਣ ਪੈਦਾ ਹੋ ਜਾਣਗੇ। ਮਨ ਬਾਣੀ ਨਿਰਮਲ ਮੇਰੀ ਬੰਸਾ, ਮਨ ਕਰਕੇ ਪਵਿੱਤਰ ਹੋ ਜਾਊਗਾ, ਬੋਲਾ ਕਰਕੇ ਪਵਿੱਤਰ ਹੋ ਜਾਊਗਾ, ਫੁਰਨਿਆਂ ਕਰਕੇ ਪਵਿੱਤਰ ਹੋ ਜਾਊਗਾ। ਉਹਦੇ ਅੰਦਰ ਇੱਕ ਤੇ ਮਨ ਪਵਿੱਤਰ ਹੋ ਗਿਆ, ਫਿਰ ਉਹਦੇ ਬੋਲ ਪਵਿੱਤਰ ਹੋ ਗਏ। ਜਿਹੜਾ ਜ਼ਬਾਨ ਤੋਂ ਬੋਲ ਰਿਹਾ ਨਾ, ਉਹ ਵੀ ਪਵਿੱਤਰਤਾ ਆ ਰਹੀ ਹੈ। ਬੋਲਣਾ ਸੋਹਣਾ ਹੋ ਗਿਆ, ਫਿੱਕਾ ਨਹੀਂ ਬੋਲਦਾ, ਗੰਦ ਨਹੀਂ ਬੋਲਦਾ, ਕਿਸੇ ਨੂੰ ਮੰਦਾ ਨਹੀਂ ਬੋਲਦਾ, ਉਹ ਕਿਸੇ ਨੂੰ ਗਾਲਾਂ ਨਹੀਂ ਕੱਢਦਾ। ਜਦੋਂ ਮਨ ਪਵਿੱਤਰ ਹੁੰਦਾ, ਜਦੋਂ ਅੰਦਰ ਮਨ, ਦੇਖੋ ਸਤਿਗੁਰੂ ਕਹਿੰਦੇ ਮਨ ਜਿਹੜਾ ਅੰਦਰ ਹੈ, ਮਨ ਬਾਣੀ, ਬਾਣੀ ਮੈਂ ਨਹੀਂ ਬੋਲ, ਮਨ ਬਾਣੀ ਨਿਰਮਲ ਮੇਰੀ ਮਨਸਾ। ਤੇ ਜਿਹੜੀ ਅੰਦਰ ਮਨਸਾ, ਜਿਹੜੇ ਅੰਦਰ ਫੁਰਨੇ ਉੱਠਦੇ ਆ, ਉਹ ਵੀ ਪਵਿੱਤਰ ਹੋ ਗਏ, ਚੰਗੇ ਹੋ ਗਏ, ਵਧੀਆ ਹੋ ਗਏ। ਤਾਂ ਸਤਿਗੁਰੂ ਗੁਰਬਾਣੀ ਵਿੱਚ ਸਾਨੂੰ ਕਹਿੰਦੇ ਆ ਕਿ ਹੁਣ ਗੁਰੂ ਸਾਹਿਬਾਂ ਦਾ ਸ਼ਬਦ ਆਉਂਦਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਗੁਰ ਸਾਗਰ ਰਤਨੀ ਭਰਪੂਰੇ। ਕਹਿੰਦੇ ਮੰਨੋ ਗੁਰੂ ਇੱਕ ਬਹੁਤ ਵੱਡਾ ਸਮੁੰਦਰ ਹੈ, ਸਾਗਰ ਹੈ, ਤੇ ਰਤਨਾ ਦੇ ਨਾਲ ਭਰਿਆ ਪਿਆ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਜਿਹੜੇ ਸੰਤ, ਜਿਹੜੇ ਚੰਗੇ ਮਨੁੱਖ, ਚੰਗੇ ਜੀਵ, ਉਹ ਕਹਿੰਦੇ ਆਪਣੇ ਗੁਰੂ ਤੋਂ ਕਦੀ ਦੂਰ ਨਹੀਂ ਜਾਂਦੇ। ਗੁਰ ਸਾਗਰ ਰਤਨੀ ਭਰਪੂਰੇ, ਉਹ ਆਪਣੇ ਗੁਰੂ ਦੇ ਨਾਲ ਮਿਲ ਕੇ ਨਾ, ਮਤਲਬ ਸਾਗਰ, ਗੁਰੂ ਗੁਰ ਸਾਗਰ ਹੈ, ਗੁਰੂ ਸਾਗਰ ਰਤਨੀ ਭਰਪੂਰੇ, ਰਤਨਾਂ ਦੇ ਨਾਲ ਭਰਿਆ ਪਿਆ। ਰਤਨ ਕਹਿੰਦੇ ਚੰਗੀਆਂ ਗੱਲਾਂ, ਚੰਗਾ ਗਿਆਨ, ਚੰਗੀ ਵਿਚਾਰਾਂ, ਚੰਗੇ ਖਿਆਲ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਕਹਿੰਦੇ ਜਿਹੜੇ ਸੰਤ, ਚੰਗੇ ਪੁਰਸ਼, ਚੰਗੇ ਮਨੁੱਖ, ਗੁਰਮੁਖ ਸੇਵਕ, ਉਹ ਆਪਣੇ ਗੁਰੂ ਤੋਂ ਕਦੀ ਦੂਰ ਨਹੀਂ ਜਾਂਦੇ। ਮਤਲਬ ਆਪਣੇ ਗੁਰੂ ਦੇ ਕੋਲ ਰਹਿ ਕੇ ਗੁਰੂ ਕੋਲੋਂ ਸਿੱਖਿਆ ਲੈਂਦੇ ਆ। ਉਹ ਆਪਣੇ ਗੁਰੂ ਕੋਲੋਂ ਸਭ ਕੁਝ ਸਮਝ ਲੈਂਦੇ ਆ, ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਕਿ ਮੇਰੇ ਗੁਰੂ ਤੋਂ ਉੱਤੇ ਕੋਈ ਸਮਝ ਦੇਣ ਵਾਲਾ ਨਹੀਂ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹਰ ਰਸ ਚੋਗ ਚੁਗੇ ਪ੍ਰਭ ਭਾਵੈ। ਕਹਿੰਦੇ ਉਹ ਚੋਗ ਜਿਹੜੀ ਚੁਗ ਰਹੇ ਆ ਨਾ, ਹਰ ਰਸ ਚੋਗ, ਹਰੀ ਦਾ ਰਸ, ਪਰਮਾਤਮਾ ਦਾ ਗੁਣ, ਗਿਆਨ, ਰਤਨ ਜਵਾਹਰ ਜਿਹੜੇ ਗੁਰੂ ਦੇ ਏਦਾਂ ਚੁਗ ਰਹੇ ਆ। ਹਰ ਰਸ ਚੋਗ ਚੁਗੇ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਾਵੈ। ਕਹਿੰਦੇ ਉਸ ਸਰੋਵਰ ਦੇ ਵਿੱਚ, ਸਰੋਵਰ ਦੇ ਕੰਢੇ ਤੇ ਬੈਠਾ ਹੋਇਆ ਹੰਸ, ਸਿੱਖ, ਹੰਸ ਮਤਲਬ ਸਿੱਖ,
ਉੱਥੇ ਕੀ ਪ੍ਰਾਣਾ ਦੇ ਪਤੀ ਪਰਮਾਤਮਾ ਨੂੰ ਪਾ ਰਿਹਾ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੇ। ਅੱਗੇ ਇੱਕ ਹੋਰ ਪੰਕਤੀ ਵਿੱਚ ਕਹਿੰਦੇ ਕਿਆ ਬਗ ਬਪੜਾ ਛਪੜੀ ਲਾਏ। ਕਹਿੰਦੇ ਜਿਹੜਾ ਹੰਸ ਆ ਨਾ ਉਹ ਮਾਨ ਸਰੋਵਰ ਤੇ ਬੈਠਾ ਹੋਇਆ ਏਦਾਂ ਸੁੱਚੇ ਮੋਤੀ ਚੌਕਿਆ। ਇਹ ਉਦਾਹਰਨਾਂ ਵਾ ਗੁਰਬਾਣੀ। ਪਰ ਇੱਥੇ ਨਾ ਸਿੱਖ ਦੀ ਤੇ ਗੁਰੂ ਦੀ ਗੱਲ ਆਈ ਹੈ ਵੀ ਮਾਨ ਸਰੋਵਰ ਤੇ ਬੈਠਾ ਜਿਹਦਾ ਹੰਸ ਆਪਣੇ ਗੁਰੂ ਨੂੰ ਛੱਡ ਕੇ ਕਦੀ ਕਿਤੇ ਨਹੀਂ ਜਾਂਦਾ। ਉਹਨੂੰ ਸਮਝ ਆ ਗਈ ਆ ਕਿ ਮੇਰੇ ਗੁਰੂ ਕੋਲੋਂ ਸਭ ਕੁਛ ਹੀ ਆ, ਕਿ ਸਾਰਾ ਕੁਛ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣਾ ਦੇਂਦੇ ਤੋੜ ਨਾ ਆਵੇ ਕੰਠ ਭਰੇ ਭੰਡਾਰ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਅੰਬ ਥਾਰੀ ਕਰਾਈ। ਹੁਣ ਕਹਿੰਦੇ ਹੰਸ ਸਿੱਖ ਉਹ ਆਪਣੇ ਗੁਰੂ ਨੂੰ ਛੱਡ ਕੇ ਕਦੀ ਕਿਤੇ ਨਹੀਂ ਜਾਂਦਾ। ਅੱਗੇ ਕਹਿੰਦੇ ਕਿਆ ਬਗ ਬਪੜਾ ਛਪੜੀ ਦਾ। ਹੁਣ ਜਿਹੜਾ ਬਗਲਾ ਵਾ ਉਹ ਛਪੜੀਆਂ ਤੇ ਨਹਾਈ ਜਾਂਦਾ। ਕਿਆ ਬਗ ਬਪੜਾ ਵਿਚਾਰਾ ਬਗਲਾ ਮੂਰਖ ਛਪੜੀਆਂ ਤੇ ਨਹਾਉਂਦਾ। ਕਹਿੰਦੇ ਕੀਚੜ ਡੁੱਬੇ ਮੈਲ ਨਾ ਜਾਓ। ਚਿੱਕੜ ਵਿੱਚ ਡੁੱਬਿਆ, ਕਿਉਂਕਿ ਚਿੱਕੜ ਵਿੱਚ ਚੁੱਭੀ ਲਾਵਾਂਗੇ ਮੈਲ ਥੋੜਾ ਲੱਥਣੀ ਆ। ਮੈਲ ਤੇ ਲੱਥੂਗੀ ਸਰੋਵਰ ਤੇ ਆ ਕੇ ਨਾ, ਵੱਡੇ ਦਾ ਸਮੁੰਦਰ ਸਾਗਰ ਵਿੱਚ ਜਿਹੜਾ ਪਹਿਲਾਂ ਹੀ ਪਵਿੱਤਰ ਹੈ ਨਾ, ਜਿਹੜਾ ਪਹਿਲਾਂ ਵਗ ਰਿਹਾ ਪਾਣੀ ਪਵਿੱਤਰ ਆ। ਹੁਣ ਇਹਨੂੰ ਏਦਾਂ ਜਦੋਂ ਅਸੀਂ ਇਹਨੂੰ ਸਮਝਦੇ ਹਾਂ ਗੁਰਬਾਣੀ ਨੂੰ, ਗੁਰੂ ਸਾਗਰ ਪਰਮਾਤਮਾ ਬਹੁਤ ਵੱਡਾ ਸਮੁੰਦਰ ਹੈ, ਉਹਦੇ ਉੱਤੇ ਸਿੱਖ ਬੈਠਾ ਹੋਇਆ ਆਪਣੇ ਗੁਰੂ ਦੇ ਗੁਣ ਗ੍ਰਹਿਣ ਕਰ ਰਿਹਾ, ਸੋਝੀ ਲੈ ਰਿਹਾ, ਸਮਝ ਲੈ ਰਿਹਾ। ਦੂਜੇ ਪਾਸੇ ਛਪੜੀਆਂ, ਜਿਹੜਾ ਬਗਲਾ ਵਾ, ਬਗਲਾ ਮਤਲਬ ਚਿੱਟੇ ਪੱਗ ਵਾਲਾ, ਜਿਹਦਾ ਧਿਆਨ ਹਮੇਸ਼ਾ ਡੱਡੀਆਂ ਮੱਸੀਆਂ ਵਿੱਚ ਰਹਿੰਦਾ, ਕਿਉਂਕਿ ਬਗਲੇ ਦੀ ਆਪਣੀ ਖੁਰਾਕ ਹੈ। ਉਦਾਹਰਨ ਬਗਲੇ ਦੀ ਹੈ ਤੇ ਸੋਝੀ ਸਾਨੂੰ ਮਨੁੱਖਾਂ ਨੂੰ ਦਿੱਤੀ ਹੋਈ ਹੈ। ਛਪੜੀਆਂ ਬਹੁਤ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਨਾ, ਛਪੜੀਆਂ ਅਸਲੀਅਤ ਵਿੱਚ ਨਾ ਜਿਹੜੀ ਦੇਵੀ ਦੇਵਤੇ ਇਹ ਸਭ ਛਪੜੀਆਂ ਬਣੀਆਂ, ਜਿਹਨਾਂ ਵਿੱਚ ਬੰਦਾ ਨਹਾਉਂਦਾ ਤੇ ਹੈਗਾ ਵਾ, ਪਰ ਕਹਿੰਦੇ ਮੈਲ ਨਹੀਂ ਲੱਥਦੀ, ਕਿਉਂਕਿ ਉੱਥੇ ਚਿੱਕੜ ਵਾ ਪਹਿਲਾਂ। ਕਿਆ ਬਗ ਬਪੜਾ ਛਪੜੀ ਲਾਏ, ਕੀਚੜ ਡੁੱਬੇ ਮੈਲ ਨਾ ਜਾਏ। ਉਹ ਚਿੱਕੜ ਵਿੱਚ ਡੁੱਬਦਾ ਵਾ ਪਰ ਮੈਲ ਨਹੀਂ ਲੱਥਦੀ ਉਹਦੀ। ਮੈਨੂੰ ਮਾਫ ਕਰਿਓ, ਜਿੰਨੇ ਵੀ ਅਸੀਂ ਆਪਣੇ ਘੜੇ ਦੇਵੀ ਦੇਵਤੇ ਬਣਾ ਲਏ ਨਾ ਆਪੇ ਹੀ, ਇਹ ਕਹਿੰਦੇ ਸਭ ਛਪੜੀਆਂ ਹੀ। ਉਹ ਤੁਸੀਂ ਦੇਵਤਾ ਮਿੱਟੀ ਦਾ ਬਣਾ ਲਓ, ਪੱਥਰ ਦਾ ਬਣਾ ਲਓ, ਫੋਟੋ ਦਾ ਬਣਾ ਲਓ, ਲੱਕੜ ਦਾ ਬਣਾ ਲਓ, ਗੋਏ ਕਿਸੇ ਵੀ ਚੀਜ਼ ਦਾ ਬਣਾ ਲਓ, ਉਹ ਸਭ ਕਹਿੰਦੇ ਛਪੜੀਆਂ ਔਰ ਮੈਲ ਨਾਲ ਭਰੀਆਂ ਪਈਆਂ। ਇੱਕੋ ਇੱਕ ਗੁਰੂ ਆ ਜਿਹੜਾ ਮਾਨ ਸਰੋਵਰ ਹੈ। ਗੁਰੂ ਇੱਕ ਸਾਗਰ ਹੈ, ਸਮੁੰਦਰ ਹੈ, ਉਹਦੇ ਵਿੱਚ ਰਤਨ ਜਵਾਹਰ ਮਾਲਕ ਏਦਾਂ